हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ SST ਭਾਰਤੀ ਸੰਵਿਧਾਨ ਪਹਿਲਾ ਟੌਪਿਕ ਹੈ ਜਿਹੜਾ ਸਟਾਰਟ ਕਰਨ ਜਾ ਰਹੇ ਹਾਂ। ਸੋ ਇਹਦੇ ਨਾਲ ਸੰਬੰਧਿਤ MCQ ਪ੍ਰਸ਼ਨ ਉੱਤਰ ਨੇ ਸਿਲੇਬਸ ਦੇ ਅਨੁਸਾਰ ਹੈ। ਸੋ ਇੰਡੀਅਨ ਕਨਸਟੀਟਿਊਸ਼ਨ ਸੰਵਿਧਾਨ ਤੇ ਆਧਾਰਿਤ ਪ੍ਰਸ਼ਨ ਜਿਹੜੇ ਜ਼ਰੂਰ ਪੁੱਛੇ ਜਾਂਦੇ ਹੈ। ਸੋ ਸਾਰੇ ਇਹਦੇ ਵਿੱਚ ਐਕਟ ਆ ਜਾਣਗੇ, ਸੰਵਿਧਾਨ ਦੇ ਵਿੱਚ ਕੀ ਕੁਝ ਸ਼ਾਮਿਲ ਕੀਤਾ ਗਿਆ ਹੈ ਇਹ ਆ ਜਾਏਗਾ। ਸੋ ਪੋਲੀਟੀਕਲ ਸਾਇੰਸ ਸੀਰੀਜ਼ ਸਾਰੇ ਕੁਐਸਚਨ ਜਿਹੜੇ ਇਹਦੇ ਵਿੱਚ ਤੁਹਾਨੂੰ ਕਵਰ ਹੈ ਜਿਹੜੇ ਕਰਵਾਏ ਜਾਣਗੇ। ਸੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇਹ ਤੁਹਾਨੂੰ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਪਹਿਲੇ ਭਾਗ ਦੇ ਪ੍ਰਸ਼ਨ ਉੱਤਰ। ਤਾਂ ਪਹਿਲੇ ਪ੍ਰਸ਼ਨ ਤੋਂ ਸਟਾਰਟ ਕਰਾਂਗੇ। ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸੀ ਜਿਹੜਾ ਇਹ ਕਿਹੜੇ ਈਅਰ ਦੇ ਵਿੱਚ ਖਤਮ ਹੋਇਆ ਸੀ, ਕਦੋਂ ਖਤਮ ਹੋਇਆ ਸੀ? ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ 1833, 1853, 1858 ਜਾਂ ਫਿਰ 1935 ਦੇ ਵਿੱਚ। ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸੀ ਜਿਹੜਾ ਇਹ 1858 ਦੇ ਵਿੱਚ ਖਤਮ ਹੋਇਆ ਸੀਗਾ। ਸੋ ਇਸ ਤੋਂ ਇਲਾਵਾ ਸੂਰਤ ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਹੈ ਜਿਹੜੀ ਲਗਵਾਈ ਸੀ, ਜਹਾਂਗੀਰ ਤੋਂ ਪਰਮਿਸ਼ਨ ਲਈ ਸੀ। ਸੋ ਇਸ ਤੋਂ ਇਲਾਵਾ ਜਦੋਂ ਦੀ ਸਥਾਪਨਾ ਹੋਈ ਸੀ ਈਸਟ ਇੰਡੀਆ ਕੰਪਨੀ ਦੀ ਤਾਂ ਉਦੋਂ ਜਿਹੜਾ ਰਾਜਾ ਸੀਗਾ ਅਕਬਰ ਸੀਗਾ। ਸੋ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ, ਇਹਨਾਂ 'ਚੋਂ ਕੋਈ ਵੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਵਿੱਚੋਂ ਗੌਰਮੈਂਟ ਆਫ ਇੰਡੀਆ ਐਕਟ 1858 ਦੇ ਬਾਰੇ ਕਿਹੜਾ ਕਥਨ ਸਹੀ ਹੈ? ਜੋ ਗੌਰਮੈਂਟ ਆਫ ਇੰਡੀਆ ਐਕਟ 1858 ਹੈ। ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ, ਕੋਰਟ ਆਫ ਡਾਇਰੈਕਟਰਜ਼ ਅਤੇ ਬੋਰਡ ਆਫ ਕੰਟਰੋਲ ਨੂੰ ਰੱਦ ਕਰਨਾ, ਸੈਕਟਰੀ ਆਫ ਸਟੇਟ ਅਤੇ ਕੌਂਸਲ ਨੂੰ ਭਾਰਤ ਸੰਬੰਧੀ ਸਾਰੇ ਅਧਿਕਾਰ ਦੇਣੇ ਜਾਂ ਉਪਰੋਕਤ ਸਾਰੇ। ਸੋ ਜਿਵੇਂ ਕਿ ਆਪਾਂ ਪਹਿਲਾ ਕੁਐਸਚਨ 'ਚ ਆਨਸਰ ਟਿਕ ਕਰਕੇ ਆਏ ਹਾਂ 1858, ਤਾਂ ਇਹੀ ਇਹਦੇ ਵਿੱਚ ਲਾਈਨ ਪਈ ਹੈ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ, ਗੌਰਮੈਂਟ ਆਫ ਇੰਡੀਆ ਐਕਟ 1858। ਸੋ ਇੱਕ ਤਾਂ ਇਹਦੇ ਵਿੱਚ ਇਹ ਸਹੀ ਹੋ ਗਿਆ। ਸੋ ਬਾਕੀ ਇਹਦੇ ਵਿੱਚ ਦੋ ਹੋਰ ਕਥਨ ਨੇ ਉਹ ਵੀ ਸਹੀ ਨੇ, ਇਸ ਕਰਕੇ ਉਪਰੋਕਤ ਸਾਰੇ ਸਾਡਾ ਰਾਈਟ ਆਨਸਰ ਆਏਗਾ। ਸੋ ਕਮੈਂਟ ਜ਼ਰੂਰ ਕਰਦੇ ਜਾਇਓ, ਗਲਤ ਹੋ ਜਾਏਗਾ ਕੋਈ ਗੱਲ ਨਹੀਂ। ਅਗਲਾ ਪ੍ਰਸ਼ਨ ਹੈ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਰਿਹਾ ਸੀ? ਕਿੰਨੇ ਈਅਰ ਤੋਂ ਲੈ ਕੇ ਕਿੰਨੇ ਈਅਰ ਤੱਕ? 1773 ਤੋਂ 1857, 1773 ਤੋਂ 1833 ਜਾਂ ਫਿਰ 1773 ਤੋਂ 1853 ਜਾਂ ਫਿਰ 1773 ਤੋਂ 1813 ਤੱਕ। ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਾਲ ਸੀ ਜਿਹੜਾ ਉਹ 1773 ਤੋਂ ਲੈ ਕੇ 1833 ਈਸਵੀ ਤੱਕ ਰਿਹਾ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਭਾਰਤ ਉੱਤੇ ਬ੍ਰਿਟਿਸ਼ ਕਾਊਨ ਦਾ ਸਿੱਧਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ ਸੀਗਾ? ਇਹ ਵੀ 4 ਈਅਰਸ ਇਹਦੇ ਵਿੱਚ ਦਿੱਤੇ ਹੋਏ ਨੇ। ਤਾਂ ਇਹ ਰਿਹਾ ਸੀਗਾ ਜੀ ਆਪਸ਼ਨ ਸੱਸਾ 1858 ਤੋਂ ਲੈ ਕੇ 1909 ਤੱਕ ਭਾਰਤ ਤੇ ਯਾਨੀ ਕਿ ਇੰਡੀਆ ਤੇ ਜੋ ਬ੍ਰਿਟਿਸ਼ ਕਾਊਨ ਸੀ ਤਾਂ ਇਸ ਦਾ ਸਿੱਧਾ ਸ਼ਾਸਨ ਰਿਹਾ ਸੀਗਾ 1858 ਤੋਂ ਲੈ ਕੇ 1909 ਤੱਕ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਵਿਭਾਗ ਸਿਸਟਮ ਕਿਸ ਐਕਟ ਦੇ ਅਧੀਨ ਬਣਿਆ? ਨੀਚੇ 4 ਐਕਟ ਦਿੱਤੇ ਗਏ ਨੇ। ਇੰਡੀਅਨ ਕੌਂਸਲੇਜ ਐਕਟ 1861 ਜਾਂ ਇੰਡੀਅਨ ਕੌਂਸਲੇਜ ਐਕਟ 1892 ਜਾਂ ਫਿਰ 1909 ਜਾਂ ਫਿਰ 1919। ਤਾਂ ਭਾਰਤ ਦੇ ਵਿੱਚ ਵਿਭਾਗ ਸਿਸਟਮ ਐਕਟ ਸੀ ਜਿਹੜਾ ਉਹ ਬਣਿਆ ਸੀਗਾ 1861 ਦੇ ਅਧੀਨ, ਆਪਸ਼ਨ ਊੜਾ। ਇੰਡੀਅਨ ਕੌਂਸਲੇਜ ਐਕਟ 1861 ਦੇ ਅਧੀਨ ਭਾਰਤ ਦੇ ਵਿੱਚ ਵਿਭਾਗ ਸਿਸਟਮ ਸੀ ਜਿਹੜਾ ਉਹ ਬਣਿਆ ਸੀ। ਅਗਲਾ ਪ੍ਰਸ਼ਨ ਹੈ ਭਾਰਤੀ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਖਿਤਾਬ ਕਿਸ ਐਕਟ ਰਾਹੀਂ ਦਿੱਤਾ ਗਿਆ ਸੀ? 1861 ਦਾ ਇੰਡੀਅਨ ਕੌਂਸਲੇਜ ਐਕਟ ਜਾਂ ਫਿਰ ਗੌਰਮੈਂਟ ਆਫ ਇੰਡੀਆ ਐਕਟ 1858 ਜਾਂ ਫਿਰ 1919 ਦਾ ਇੰਡੀਅਨ ਕੌਂਸਲੇਜ ਐਕਟ ਜਾਂ ਫਿਰ 1935 ਦਾ ਇੰਡੀਅਨ ਕੌਂਸਲੇਜ ਐਕਟ। ਤਾਂ ਇਹ ਦਿੱਤਾ ਗਿਆ ਸੀਗਾ ਜੀ ਗੌਰਮੈਂਟ ਆਫ ਇੰਡੀਆ ਐਕਟ 1858। ਸੋ ਇਸ ਦੇ ਅਧੀਨ ਜਿਹੜਾ ਭਾਰਤੀ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਖਿਤਾਬ ਜਿਹੜਾ ਦਿੱਤਾ ਗਿਆ ਸੀ ਇਸ ਐਕਟ ਦੇ ਰਾਹੀਂ। ਅਗਲਾ ਪ੍ਰਸ਼ਨ ਹੈ 1861 ਦੇ ਇੰਡੀਅਨ ਕੌਂਸਲੇਜ ਐਕਟ ਰਾਹੀਂ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ ਸੀ? 5, 7, 6
ਜਾਂ ਫਿਰ 4। ਤਾਂ ਇਹ ਗਿਣਤੀ ਕਰ ਦਿੱਤੀ ਗਈ ਸੀ ਜੀ 5। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਐਕਟ ਦੇ ਤਹਿਤ ਭਾਰਤੀਆਂ ਨੂੰ ਪਹਿਲੀ ਵਾਰ ਦੇਸ਼ ਦੇ ਸ਼ਾਸਨ ਪ੍ਰਬੰਧ ਦੇ ਵਿੱਚ ਹਿੱਸਾ ਲੈਣ ਦਾ ਅਵਸਰ ਸੀ ਜਿਹੜਾ ਪ੍ਰਾਪਤ ਹੋਇਆ ਸੀ? ਉਹ ਕਿਹੜਾ ਐਕਟ ਸੀਗਾ? ਗੌਰਮੈਂਟ ਆਫ ਇੰਡੀਆ ਐਕਟ 1858, ਜਾਂ ਇੰਡੀਅਨ ਕਾਉਂਸਲਜ਼ ਐਕਟ 1861, ਜਾਂ ਇੰਡੀਅਨ ਕਾਉਂਸਲਜ਼ ਐਕਟ 1892, ਜਾਂ ਇੰਡੀਅਨ ਕਾਉਂਸਲਜ਼ ਐਕਟ 1909। ਤਾਂ ਇਹ ਹੋਇਆ ਸੀਗਾ ਜੀ ਆਪਸ਼ਨ ਆੜਾ, ਇੰਡੀਅਨ ਕਾਉਂਸਲਜ਼ ਐਕਟ 1861 ਦੇ ਤਹਿਤ ਭਾਰਤੀਆਂ ਨੂੰ ਪਹਿਲੀ ਵਾਰ ਦੇਸ਼ ਦੇ ਸ਼ਾਸਨ ਪ੍ਰਬੰਧ ਦੇ ਵਿੱਚ ਹਿੱਸਾ ਲੈਣ ਦਾ ਮੌਕਾ, ਅਵਸਰ ਹੈ ਜਿਹੜਾ ਪ੍ਰਾਪਤ ਹੋਇਆ ਸੀ। ਅਗਲਾ ਪ੍ਰਸ਼ਨ ਹੈ, ਇੰਡੀਅਨ ਕਾਉਂਸਲਜ਼ ਐਕਟ 1861 ਕਿਸ ਭਾਰਤੀ ਵਾਇਸਰਾਏ ਦੇ ਸਮੇਂ ਲਾਗੂ ਹੋਇਆ ਸੀ? ਉਦੋਂ ਕਿਹੜਾ ਭਾਰਤੀ ਵਾਇਸਰਾਏ ਸੀਗਾ ਜਦੋਂ ਇੰਡੀਅਨ ਕਾਉਂਸਲਜ਼ ਐਕਟ 1861 ਸੀ ਜਿਹੜਾ ਲਾਗੂ ਹੋਇਆ ਸੀ? ਲਾਰਡ ਕੈਨਿੰਗ, ਲਾਰਡ ਲਿਟਨ, ਲਾਰਡ ਰਿਪਨ, ਜਾਂ ਫਿਰ ਲਾਰਡ ਡਲਹੌਜੀ? ਤਾਂ ਇਹ ਹੋਇਆ ਸੀਗਾ ਜੀ ਲਾਰਡ ਕੈਨਿੰਗ ਦੇ ਸਮੇਂ। ਆਪਸ਼ਨ ਊੜਾ। ਇੰਡੀਅਨ ਕਾਉਂਸਲਜ਼ ਐਕਟ 1861 ਉਦੋਂ ਭਾਰਤੀ ਵਾਇਸਰਾਏ ਸੀਗੇ ਲਾਰਡ ਕੈਨਿੰਗ, ਇਹਨਾਂ ਦੇ ਸਮੇਂ ਸੀ ਜਿਹੜਾ ਲਾਗੂ ਹੋਇਆ ਸੀ। ਅਗਲਾ ਪ੍ਰਸ਼ਨ ਹੈ, ਕਿਸ ਐਕਟ ਦੇ ਤਹਿਤ ਭਾਰਤ ਵਿੱਚ ਪਹਿਲੀ ਵਾਰ ਚੋਣ ਦੇ ਸਿਧਾਂਤ ਪ੍ਰਿੰਸੀਪਲਸ ਆਫ ਇਲੈਕਸ਼ਨ ਦੀ ਵਿਵਸਥਾ ਜਿਹੜੀ ਕੀਤੀ ਗਈ ਹੈ? ਇੰਡੀਅਨ ਕਾਉਂਸਲਜ਼ ਐਕਟ 1861, ਇੰਡੀਅਨ ਕਾਉਂਸਲਜ਼ ਐਕਟ 1892, 1935 ਦਾ ਭਾਰਤੀ ਐਕਟ, ਜਾਂ ਫਿਰ 1919 ਦਾ ਐਕਟ? ਤਾਂ ਇਹ ਕੀਤੀ ਗਈ ਸੀ ਜੀ ਆਪਸ਼ਨ ਆੜਾ, ਇੰਡੀਅਨ ਕਾਉਂਸਲਜ਼ ਐਕਟ 1892। ਇਸ ਐਕਟ ਦੇ ਤਹਿਤ ਭਾਰਤ ਦੇ ਵਿੱਚ ਪਹਿਲੀ ਵਾਰ ਚੋਣ ਦੇ ਸਿਧਾਂਤ ਦੀ ਵਿਵਸਥਾ ਸੀ ਜਿਹੜੀ ਕੀਤੀ ਗਈ ਸੀ। ਸੋ ਚੋਣ ਦੇ ਸਿਧਾਂਤ ਨਾਲ ਸੰਬੰਧਿਤ ਇਹ ਵੀ ਪੁੱਛ ਲਿਆ ਜਾਂਦਾ ਕਿ ਐਕਟ ਕਿਹੜਾ ਹੈ? ਤਾਂ ਇੰਡੀਅਨ ਕਾਉਂਸਲਜ਼ ਐਕਟ 1892। ਸੋ ਇਹ ਚੋਣ ਦੇ ਸਿਧਾਂਤ ਨਾਲ ਐਕਟ ਹੈ, ਇਸ ਨਾਲ ਸੰਬੰਧਿਤ ਹੈ। ਅਗਲਾ ਪ੍ਰਸ਼ਨ ਹੈ, 1899 ਤੋਂ 1905 ਤੱਕ ਭਾਰਤ ਦਾ ਗਵਰਨਰ ਜਨਰਲ ਅਤੇ ਵਾਇਸਰਾਏ ਕੌਣ ਸੀਗਾ? ਲਾਰਡ ਕਰਜ਼ਨ, ਲਾਰਡ ਰਿਪਨ, ਲਾਰਡ ਡਰਫਿਨ, ਜਾਂ ਫਿਰ ਲਾਰਡ ਲਿਟਨ? ਤਾਂ 1899 ਤੋਂ 1905 ਤੱਕ ਭਾਰਤ ਦਾ ਗਵਰਨਰ ਜਨਰਲ ਅਤੇ ਵਾਇਸਰਾਏ ਸੀ ਜਿਹੜਾ ਉਹ ਲਾਰਡ ਕਰਜ਼ਨ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੇਠ ਦਿੱਤੇ ਵਿੱਚੋਂ ਕਿਹੜਾ ਕਥਨ ਲਾਰਡ ਕਰਜ਼ਨ ਬਾਰੇ ਸਹੀ ਹੈ? ਕਲਕੱਤਾ ਕਾਰਪੋਰੇਸ਼ਨ ਐਕਟ ਪਾਸ ਕਰਨਾ, ਇੰਡੀਅਨ ਯੂਨੀਵਰਸਿਟੀਜ਼ ਐਕਟ, ਬੰਗਾਲ ਦੀ 2 ਹਿੱਸਿਆਂ ਦੇ ਵਿੱਚ ਵੰਡ, ਜਾਂ ਫਿਰ ਉਪਰੋਕਤ ਸਾਰੇ? ਤਾਂ ਉਪਰੋਕਤ ਸਾਰੇ ਕਥਨ ਨੇ ਜਿਹੜੇ ਉਹ ਲਾਰਡ ਕਰਜ਼ਨ ਬਾਰੇ ਸਹੀ ਨੇ ਹੇਠਾਂ ਦਿੱਤੇ ਵਿੱਚੋਂ, ਕਿਉਂਕਿ ਲਾਰਡ ਕਰਜ਼ਨ ਨੇ ਜੋ ਕਲਕੱਤਾ ਕਾਰਪੋਰੇਸ਼ਨ ਐਕਟ ਪਾਸ ਕਰਨਾ ਇਹ ਵੀ ਸਹੀ ਹੈ, ਇੰਡੀਅਨ ਯੂਨੀਵਰਸਿਟੀਜ਼ ਐਕਟ ਲਿਆਉਣਾ ਇਹ ਵੀ ਸਹੀ ਹੈ, ਬੰਗਾਲ ਦੀ 2 ਹਿੱਸਿਆਂ ਦੇ ਵਿੱਚ ਵੰਡ ਇਹ ਵੀ ਸਹੀ ਹੈ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, 1905 ਈਸਵੀ ਵਿੱਚ ਜਾਪਾਨ ਨੇ ਯੂਰਪ ਦੇ ਕਿਸ ਦੇਸ਼ ਨੂੰ ਹਰਾਇਆ ਸੀਗਾ? ਰੂਸ, ਇੰਗਲੈਂਡ, ਫਰਾਂਸ, ਜਾਂ ਫਿਰ ਇੰਗਲੈਂਡ ਅਤੇ ਫਰਾਂਸ ਦੀਆਂ ਸੰਯੁਕਤ ਸੈਨਾਵਾਂ ਨੂੰ? ਤਾਂ ਇਹ ਹਰਾਇਆ ਸੀਗਾ ਜੀ ਆਪਸ਼ਨ ਊੜਾ, ਰੂਸ ਨੂੰ। 1905 ਈਸਵੀ ਦੇ ਵਿੱਚ ਜਾਪਾਨ ਨੇ ਜਿਹੜਾ ਯੂਰਪ ਕੰਟਰੀ ਦਾ ਦੇਸ਼ ਹੈ ਰੂਸ, ਤਾਂ ਇਸ ਨੂੰ ਹਰਾਇਆ ਸੀ। ਅਗਲਾ ਪ੍ਰਸ਼ਨ ਹੈ, 1905 ਈਸਵੀ ਵਿੱਚ ਲਾਰਡ ਕਰਜ਼ਨ ਦੀ ਥਾਂ ਭਾਰਤ ਦਾ ਗਵਰਨਰ ਜਨਰਲ ਅਤੇ ਵਾਇਸਰਾਏ ਕੌਣ ਬਣਿਆ ਸੀਗਾ? ਲਾਰਡ ਮਾਰਲੇ, ਲਾਰਡ ਮਿੰਟੋ, ਲਾਰਡ ਰਿਪਨ, ਜਾਂ ਫਿਰ ਲਾਰਡ ਲਿਟਨ? ਤਾਂ ਇਹ ਬਣਿਆ ਸੀਗਾ ਜੀ ਲਾਰਡ ਮਿੰਟੋ। ਲਾਰਡ ਕਰਜ਼ਨ ਦੀ ਥਾਂ 'ਤੇ ਅਗਲਾ ਜਿਹੜਾ ਭਾਰਤ ਦਾ ਗਵਰਨਰ ਜਨਰਲ ਅਤੇ ਵਾਇਸਰਾਏ ਸੀਗਾ ਉਹ ਲਾਰਡ ਮਿੰਟੋ ਬਣਿਆ ਸੀਗਾ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਹੈਗਾ 1899 ਤੋਂ 1905 ਤੱਕ ਸੀ ਜਿਹੜਾ ਭਾਰਤ ਦਾ ਗਵਰਨਰ ਜਨਰਲ ਅਤੇ ਵਾਇਸਰਾਏ ਉਹ ਲਾਰਡ ਕਰਜ਼ਨ ਸੀ, ਅਤੇ 1905 ਈਸਵੀ ਵਿੱਚ ਲਾਰਡ ਕਰਜ਼ਨ ਦੀ ਥਾਂ 'ਤੇ ਲਾਰਡ ਮਿੰਟੋ ਜਿਹੜਾ ਅਗਲਾ ਗਵਰਨਰ ਅਤੇ ਵਾਇਸਰਾਏ ਬਣਿਆ ਸੀਗਾ। ਅਗਲਾ ਪ੍ਰਸ਼ਨ ਹੈ, 1909 ਈਸਵੀ ਦੇ ਇੰਡੀਅਨ ਕਾਉਂਸਲਜ਼ ਐਕਟ ਦੇ ਅਨੁਸਾਰ ਕੇਂਦਰੀ ਲੈਜਿਸਲੇਟਿਵ ਕਾਉਂਸਿਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ ਸੀ? 16, 36, 60, ਜਾਂ ਫਿਰ 66? ਤਾਂ ਇਹ ਗਿਣਤੀ ਕਰ ਦਿੱਤੀ ਗਈ ਸੀ ਜੀ 60। ਆਪਸ਼ਨ ਈਡੀ। ਕਿਹੜੇ ਐਕਟ ਦੇ ਅਨੁਸਾਰ? 1909 ਈਸਵੀ ਦੇ ਇੰਡੀਅਨ ਕਾਉਂਸਲਜ਼ ਐਕਟ ਦੇ ਅਨੁਸਾਰ, ਜੋ ਕੇਂਦਰੀ ਲੈਜਿਸਲੇਟਿਵ ਕਾਉਂਸਲ ਸੀ ਅਤੇ ਜੋ ਉਸ ਦੇ ਮੈਂਬਰ ਹੁੰਦੇ ਸੀ, ਤਾਂ ਇਹਨਾਂ ਦੀ ਗਿਣਤੀ ਜਿਹੜੀ 60 ਸੀ।
ਉਹ ਕਰ ਦਿੱਤੀ ਗਈ ਸੀ। ਸੋ ਚਲਦੀ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹੇਠਾਂ ਦਿੱਤੇ ਵਿੱਚ ਕਿਹੜਾ ਕਥਨ 1909 ਦੇ ਮਾਰਲੇਮੈਂਟੋ ਐਕਟ ਬਾਰੇ ਸਹੀ ਨਹੀਂ ਹੈ? ਉਹ ਕਥਨ ਦੱਸਣਾ ਹੈ ਜਿਹੜਾ ਸਹੀ ਨਹੀਂ ਹੈ। ਇਸ ਐਕਟ ਦੇ ਅਨੁਸਾਰ ਕੇਂਦਰੀ ਲੈਜਿਸਲੇਟਿਵ ਕੌਂਸਲ ਦੇ ਮੈਂਬਰਾਂ ਦੀ ਗਿਣਤੀ 16 ਤੋਂ ਵਧਾ ਕੇ 60 ਕਰ ਦਿੱਤੀ ਗਈ ਸੀ। ਸੋ ਇੱਕ ਲਾਈਨ ਤਾਂ ਆਪਾਂ ਹੁਣੇ ਕੁਐਸਚਨ ਕਰਕੇ ਹਟੇ ਹਾਂ। ਇਹ ਕਥਨ ਤਾਂ ਬਿਲਕੁਲ ਸਹੀ ਹੈ। ਮੁਸਲਮਾਨਾਂ ਲਈ ਸੰਪਰਦਾਇਕ ਚੋਣ ਪ੍ਰਣਾਲੀ ਦੀ ਵਿਵਸਥਾ। ਇਸ ਐਕਟ ਦੇ ਤਹਿਤ ਭਾਰਤੀਆਂ ਨੂੰ ਪਹਿਲੀ ਵਾਰ ਵਾਇਸਰਾਏ ਦੀ ਕੌਂਸਲ ਦੇ ਵਿੱਚ ਸਥਾਨ ਦਿੱਤਾ ਗਿਆ ਸੀ। ਇਸ ਐਕਟ ਦੇ ਅਨੁਸਾਰ ਹੀ ਭਾਰਤ ਵਿੱਚ ਵਿਭਾਗੀ ਸਿਸਟਮ ਸ਼ੁਰੂ ਕੀਤਾ ਗਿਆ ਸੀ। ਤਾਂ ਸੱਸਾ ਕਥਨ ਹੈ ਜਿਹੜਾ ਇਹਦੇ ਵਿੱਚ ਉਹ ਸਹੀ ਨਹੀਂ ਹੈ। ਜੋ 1909 ਦੇ ਮਾਰਲੇਮੈਂਟੋ ਐਕਟ ਹੈ ਤਾਂ ਇਸ ਬਾਰੇ ਸੱਸਾ ਜਿਹੜਾ ਕਥਨ ਹੈ ਉਹ ਸਹੀ ਨਹੀਂ ਹੈ ਕਿ ਇਸ ਐਕਟ ਦੇ ਅਨੁਸਾਰ ਜਿਹੜਾ ਭਾਰਤ ਵਿੱਚ ਵਿਭਾਗੀ ਸਿਸਟਮ ਸ਼ੁਰੂ ਕੀਤਾ ਗਿਆ ਸੀ। ਸੋ ਇਸ ਐਕਟ ਦੇ ਰਾਹੀਂ ਵਿਭਾਗੀ ਸਿਸਟਮ ਜਿਹੜਾ ਉਹ ਸਟਾਰਟ ਨਹੀਂ ਕੀਤਾ ਗਿਆ ਸੀ। ਆਪਾਂ ਪਹਿਲਾਂ ਜਿਹੜਾ ਇਹ ਕੁਐਸਚਨ ਕਰਕੇ ਆਏ ਹਾਂ ਵਿਭਾਗੀ ਸਿਸਟਮ ਵਾਲਾ। ਸੋ ਵਿਭਾਗੀ ਸਿਸਟਮ ਸੀ ਜਿਹੜਾ ਉਹ ਇੰਡੀਅਨ ਕੌਂਸਲੇਜ ਐਕਟ 1861 ਦੇ ਤਹਿਤ ਸ਼ੁਰੂ ਕੀਤਾ ਗਿਆ ਸੀ, ਨਾ ਕਿ 1909 ਦੇ ਮਿੰਟੋ ਮਾਰਲੇ ਜਾਂ ਮਾਰਲੇਮੈਂਟੋ ਐਕਟ ਰਾਹੀਂ। ਅਗਲਾ ਪ੍ਰਸ਼ਨ ਹੈ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ। 1906, 1907, 1905 ਜਾਂ ਫਿਰ 1908 ਦੇ ਵਿੱਚ। ਤਾਂ ਮੁਸਲਿਮ ਲੀਗ ਦੀ ਸਥਾਪਨਾ ਸੀ ਜਿਹੜੀ ਤੁਹਾਨੂੰ ਵੀ ਪਤਾ ਹੋਏਗਾ 1906 ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ 1909 ਦੇ ਐਕਟ ਦੇ ਅਨੁਸਾਰ ਪਹਿਲੀ ਵਾਰ ਕਿਹੜੇ ਦੋ ਭਾਰਤੀਆਂ ਨੂੰ ਸੈਕਟਰੀ ਆਫ ਸਟੇਟ ਦੀ ਕੌਂਸਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ 60 ਕਰੀ ਗਈ ਸੀ? ਤਾਂ ਇਹਦੇ ਵਿੱਚ ਕਿਹੜੇ ਦੋ ਭਾਰਤੀ ਸੀ ਉਹਨਾਂ ਦੇ ਨਾਮ ਦੱਸਣਾ। KG ਗੁਪਤਾ, ਸੈਯਦ ਹੁਸੈਨ ਬਿਲਗਰਾਮੀ, SP ਸਿਨਹਾ ਜਾਂ ਫਿਰ ਸਿਰਫ 1 ਅਤੇ 2? ਸੋ ਇਹਦੇ ਵਿੱਚ ਰਾਈਟ ਆਨਸਰ ਬਣੇਗਾ ਆਪਸ਼ਨ ਸੱਸਾ, ਯਾਨੀ ਕਿ ਪਹਿਲਾ ਅਤੇ ਦੂਜਾ ਕੌਣ ਹੋਣਗੇ? KG ਗੁਪਤਾ ਅਤੇ ਸੈਯਦ ਹੁਸੈਨ ਬਿਲਗਰਾਮੀ। ਸੋ ਇਹ ਦੋ ਭਾਰਤੀ ਸੀਗੇ ਜਿਨ੍ਹਾਂ ਨੂੰ 1909 ਦੇ ਐਕਟ ਦੇ ਅਨੁਸਾਰ ਪਹਿਲੀ ਵਾਰ ਸੈਕਟਰੀ ਆਫ ਸਟੇਟ ਦੀ ਕੌਂਸਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਹੈ ਕਿਸ ਭਾਰਤੀ ਨੂੰ ਪਹਿਲੀ ਵਾਰ ਗਵਰਨਰ ਜਨਰਲ ਦੀ ਕੌਂਸਲ ਦੇ ਵਿੱਚ ਲਾ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ? SP ਸਿਨਹਾ, ਸੈਯਦ ਹੁਸੈਨ ਬਿਲਗਰਾਮੀ, KG ਗੁਪਤਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਉਹ ਭਾਰਤੀ ਸੀਗੇ ਜੀ SP ਸਿਨਹਾ, ਆਪਸ਼ਨ ਊੜਾ, ਜਿਨ੍ਹਾਂ ਨੂੰ ਪਹਿਲੀ ਵਾਰ ਗਵਰਨਰ ਜਨਰਲ ਦੀ ਕੌਂਸਲ ਦੇ ਵਿੱਚ ਲਾ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਹੈ 1919 ਦੇ ਗੌਰਮੈਂਟ ਆਫ ਇੰਡੀਆ ਐਕਟ ਦੇ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਲਾਰਡ ਮਿੰਟੋ, ਲਾਰਡ ਮਾਂਟੇਗੂ, ਲਾਰਡ ਚੈਮਸਫੋਰਡ ਜਾਂ ਫਿਰ ਲਾਰਡ ਡਫਰਿਨ? ਤਾਂ ਉਸ ਸਮੇਂ ਭਾਰਤ ਦਾ ਵਾਇਸਰਾਏ ਸੀਗਾ ਜਿਹੜਾ ਆਪਸ਼ਨ ED ਲਾਰਡ ਚੈਮਸਫੋਰਡ ਸੀਗਾ। ਜਦੋਂ 1919 ਦੇ ਗੌਰਮੈਂਟ ਆਫ ਇੰਡੀਆ ਐਕਟ ਸੀਗਾ ਤਾਂ ਇਸ ਸਮੇਂ ਲਾਰਡ ਚੈਮਸਫੋਰਡ ਜੀ ਜਿਹੜੇ ਉਹ ਭਾਰਤ ਦੇ ਵਾਇਸਰਾਏ ਸੀਗੇ। ਅਗਲਾ ਪ੍ਰਸ਼ਨ ਹੈ ਬ੍ਰਿਟਿਸ਼ ਸਰਕਾਰ ਨੂੰ ਕਿਸ ਸਾਲ ਬੰਗਾਲ ਦੀ ਵੰਡ ਨੂੰ ਰੱਦ ਜਾਂ ਫਿਰ ਮਨਸੂਖ ਕਰ ਦਿੱਤਾ ਸੀ? 1905, 1911, 1907 ਜਾਂ ਫਿਰ 1917? ਤਾਂ ਇਹ ਕੀਤਾ ਗਿਆ ਸੀਗਾ ਜੀ 1911 ਦੇ ਵਿੱਚ। ਬ੍ਰਿਟਿਸ਼ ਸਰਕਾਰ ਯਾਨੀ ਕਿ ਅੰਗਰੇਜ਼ਾਂ ਦੀ ਸਰਕਾਰ ਨੇ ਜਿਹੜਾ ਜੋ ਬੰਗਾਲ ਦੀ ਵੰਡ ਕੀਤੀ ਗਈ ਸੀ 2 ਵਾਰ ਕੀਤੀ ਗਈ ਸੀ, ਤਾਂ ਇਸ ਨੂੰ 1911 ਦੇ ਵਿੱਚ ਰੱਦ ਕਰ ਦਿੱਤਾ ਸੀ ਜਾਂ ਮਨਸੂਖ ਕਰ ਦਿੱਤਾ ਗਿਆ ਸੀ। ਰੱਦ ਵਰਡਿੰਗ ਸ਼ਬਦ ਜਿਹੜਾ ਆਪਾਂ ਸਮਝ ਲੈਂਦੇ ਹਾਂ, ਮਨਸੂਖ ਕਈ ਵਾਰ ਪ੍ਰਸ਼ਨ ਦੇ ਵਿੱਚ ਪਾ ਦਿੱਤਾ ਜਾਂਦਾ। ਤਾਂ ਰੱਦ ਕਰਨਾ ਮਨਸੂਖ ਕਰਨਾ ਇੱਕੋ ਹੀ ਹੈ। ਤਾਂ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ, ਕਿਉਂਕਿ ਕੁਐਸਚਨ ਐਗਜ਼ਾਮ ਦੇ ਵਿੱਚ ਸੌਖੇ ਪਾਏ ਜਾਂਦੇ ਆ ਪਰ ਕਨਫਿਊਜ਼ ਕਰਨ ਵਾਸਤੇ ਤੋੜ ਮਰੋੜ ਕੇ ਕੁਐਸਚਨ ਜਿਹੜੇ ਪਾਏ ਜਾਂਦੇ ਆ। 1914 ਵਿੱਚ ਹੋਏ ਪਹਿਲੇ ਵਿਸ਼ਵ ਯੁੱਧ ਵਿੱਚ ਇੰਗਲੈਂਡ ਨੇ ਕਿਹੜੇ ਦੇਸ਼ਾਂ ਦਾ ਸਾਥ ਦਿੱਤਾ ਸੀ? ਕੇਂਦਰੀ ਸ਼ਕਤੀਆਂ ਜਰਮਨੀ ਅਤੇ ਆਸਟਰੀਆ ਦਾ, ਫਰਾਂਸ ਅਤੇ ਰੂਸ ਦਾ, ਫਰਾਂਸ ਅਤੇ ਰੋਮ ਦਾ ਜਾਂ ਫਿਰ ਊੜਾ ਅਤੇ ਆੜਾ? ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ ਆੜਾ, ਫਰਾਂਸ ਅਤੇ ਰੂਸ ਦਾ। ਜੋ 1914 ਦੇ ਵਿੱਚ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਤਾਂ ਇੰਗਲੈਂਡ ਨੇ ਜਿਹੜਾ ਰੂਸ ਅਤੇ ਫਰਾਂਸ ਦੇਸ਼ਾਂ ਦਾ ਸਾਥ ਦਿੱਤਾ ਸੀ। ਤਾਂ ਇਹਦੇ ਵਿੱਚ ਵੀ ਹੋਰ ਕੁਐਸਚਨ ਬਣਦਾ ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ ਸੀ? 1914 ਦੇ ਵਿੱਚ ਹੋਇਆ ਸੀਗਾ।
ਤਾਂ ਇਹ ਕੁਐਸਚਨ ਵੀ ਜ਼ਰੂਰ ਯਾਦ ਰੱਖਿਓ। 1916 ਦੇ ਵਿੱਚ ਲਖਨਊ ਪੈਕਟ ਕਿਹਨਾਂ ਦੋ ਰਾਜਨੀਤਿਕ ਪਾਰਟੀਆਂ ਦੇ ਵਿਚਕਾਰ ਹੋਇਆ ਸੀ? ਕਾਂਗਰਸ ਅਤੇ ਮੁਸਲਿਮ ਲੀਗ, ਕਾਂਗਰਸ ਅਤੇ ਲੇਬਰ ਪਾਰਟੀ ਆਫ ਇੰਗਲੈਂਡ, ਮੁਸਲਿਮ ਲੀਗ ਅਤੇ ਕੰਜ਼ਰਵੇਟਿਵ ਪਾਰਟੀ, ਜਾਂ ਉਪਰੋਕਤ ਸਾਰੇ ਦਲਾਂ ਦੇ ਵਿਚਕਾਰ। ਤਾਂ ਲਖਨਊ ਪੈਕਟ 1916 ਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਦੇ ਵਿਚਕਾਰ ਹੋਇਆ ਸੀ। ਤਾਂ ਉਹ ਪਾਰਟੀਆਂ ਸੀ ਕਾਂਗਰਸ ਅਤੇ ਮੁਸਲਿਮ ਲੀਗ। ਸੋ ਇਹਨਾਂ ਦੇ ਵਿਚਕਾਰ ਲਖਨਊ ਪੈਕਟ ਹੋਇਆ ਸੀ 1916 ਦੇ ਵਿੱਚ। ਸੋ ਕਈ ਵਾਰ ਇਕੱਲੀ ਲਖਨਊ ਪੈਕਟ ਦੀ ਤਰੀਕ ਹੀ ਪੁੱਛ ਲਈ ਜਾਂਦੀ ਹੈ, ਤਾਂ ਇਹ ਵੀ ਜ਼ਰੂਰ ਯਾਦ ਰੱਖਿਓ 1916। ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਚਕਾਰ ਵੰਡ ਕਦੋਂ ਹੋਈ ਸੀ? 1916, 1917, 1906 ਜਾਂ ਫਿਰ 1907। ਤਾਂ ਇਹ ਹੋਈ ਸੀ ਜੀ 1907 ਈਸਵੀ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਚਕਾਰ ਵੰਡ ਹੋ ਗਈ ਸੀ। ਇਹ ਰਾਜਨੀਤਿਕ ਪਾਰਟੀ ਸੀ ਜਿਹੜੀ ਵੰਡੀ ਗਈ ਸੀ। ਅਗਲਾ ਪ੍ਰਸ਼ਨ ਹੈ 1916 ਦੇ ਵਿੱਚ ਕਿਸ ਦੇ ਯਤਨਾਂ ਸਦਕਾ ਨਰਮ ਦਲ ਅਤੇ ਗਰਮ ਦਲ ਵਿਚਕਾਰ ਸਮਝੌਤਾ ਹੋਇਆ ਸੀ? ਸ਼੍ਰੀਮਤੀ ਐਨੀ ਬੇਸੈਂਟ, ਬਾਲ ਗੰਗਾਧਰ ਤਿਲਕ, ਈਸ਼ਵਰ ਚੰਦਰ, ਬਿਪਨ ਚੰਦਰ ਪਾਲ। ਤਾਂ ਇਹ ਹੋਇਆ ਸੀਗਾ ਜੀ ਸ਼੍ਰੀਮਤੀ ਐਨੀ ਬੇਸੈਂਟ ਦੇ ਯਤਨਾਂ ਦੇ ਸਦਕਾ 1916 ਦੇ ਵਿੱਚ ਦੋ ਦਲ ਹੋਏ ਨੇ, ਨਰਮ ਦਲ ਅਤੇ ਗਰਮ ਦਲ। ਤਾਂ ਇਹਨਾਂ ਦੇ ਵਿਚਕਾਰ ਸਮਝੌਤਾ ਹੋਇਆ ਸੀਗਾ, ਜਾਂ ਇਹਨਾਂ ਵਿਚਕਾਰ ਸਮਝੌਤਾ ਕਰਵਾਉਣ ਵਾਲੀ ਸੀ ਜਿਹੜੀ ਸ਼੍ਰੀਮਤੀ ਐਨੀ ਬੇਸੈਂਟ ਸੀ। ਸੋ ਦੋਸਤੋ, ਇਹ ਪਹਿਲੇ ਭਾਗ ਦੇ ਪਹਿਲੇ ਮੋਸਟ ਇੰਪੋਰਟੈਂਟ ਕੁਐਸਚਨ ਨੇ। ਕੰਟੀਨਿਊ ਤੁਹਾਨੂੰ ਇਹ ਪ੍ਰਸ਼ਨ ਪ੍ਰੋਵਾਈਡ ਕਰਦੇ ਰਹਾਂਗੇ। ਟੌਪਿਕ ਵਾਈਜ਼ ਆਏਗਾ। ਹੁਣ ਭਾਰਤੀ ਸੰਵਿਧਾਨ ਟੌਪਿਕ ਹੈ, ਜਿੰਨੇ ਵੀ ਇਹ 'ਤੇ ਕੁਐਸਚਨ ਬਣਨਗੇ ਸਾਰੇ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸਪੈਸ਼ਲ ਟੌਪਿਕ ਦਾ ਨਾਮ ਲਿਖਿਆ ਹੋਇਆ ਕਰੇਗਾ। ਸੋ ਸਾਰੇ ਇੰਪੋਰਟੈਂਟ ਟੌਪਿਕ ਨੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ, ਸਿਲੇਬਸ ਦੇ ਅਕੋਰਡਿੰਗ ਨੇ। ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ, ਕਿਉਂਕਿ ਬਿਲਕੁਲ ਫ੍ਰੀ ਇਹ ਕਲਾਸਾਂ ਨੇ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ। PDF ਨੋਟਿਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਇਸ ਤੋਂ ਇਲਾਵਾ ਟੈਲੀਗ੍ਰਾਮ ਗਰੁੱਪ ਅਤੇ ਇੰਸਟਾਗ੍ਰਾਮ ਪੇਜ ਫੋਲੋ ਕਰਨਾ ਨਾ ਭੁੱਲਣਾ। ਸਾਰੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।